ਹੈਲੋ एवरीवन, दिस इज़ डॉक्टर मुर्तज़ा। ਅੱਜ ਦਾ ਸਾਡਾ ਜਿਹੜਾ ਟੌਪਿਕ ਹੈ ਉਹ ਬਹੁਤ ਹੀ ਜ਼ਿਆਦਾ ਜ਼ਰੂਰੀ ਟੌਪਿਕ ਹੈ ਔਰ ਇਸ ਚੀਜ਼ ਦੇ ਪੇਸ਼ੈਂਟਸ ਮੇਰੇ ਕੋਲ ਬਹੁਤ ਜ਼ਿਆਦਾ ਆ ਰਹੇ ਤੇ ਮੈਂ ਡਿਸਾਈਡ ਕੀਤਾ ਕਿ ਤੁਹਾਨੂੰ ਇਸ ਟੌਪਿਕ ਦੇ ਬਾਰੇ 'ਚ ਵੀ ਅੱਜ ਦੱਸਿਆ ਜਾਏ। ਇਹਦੇ ਲਈ ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਇਹਦਾ ਨਾਮ ਦੱਸਦਾ। ਇਹਦਾ ਨਾਮ ਹੈ ਬਾਈਪੋਲਰ ਡਿਸਆਰਡਰ। ਬਾਈਪੋਲਰ ਡਿਸਆਰਡਰ ਹੁੰਦਾ ਕੀ ਹੈ? ਬਾਈਪੋਲਰ ਡਿਸਆਰਡਰ ਦੀ ਤਾਰੀਫ ਤੋਂ ਬਾਅਦ मैं ਤੁਹਾਨੂੰ ਇਹਦੀ ਮੈਡੀਸਨ ਦੱਸਾਂਗਾ, ਇਹਦੀ ਕਾਜ਼ਸ ਦੱਸਾਂਗਾ, ਇਹਦੀ ਸਿੰਪਟਮਸ ਦੱਸਾਂਗਾ ਔਰ ਇਹਦੀਆਂ ਕਿਸਮਾਂ ਦੱਸਾਂਗਾ ਕਿ ਕਿੰਨੀਆਂ ਕਿਸਮਾਂ ਦਾ ਬਾਈਪੋਲਰ ਡਿਸਆਰਡਰ ਹੁੰਦਾ। ਫਿਰ ਉਹ ਉਸ ਹਿਸਾਬ ਨਾਲ ਜਿਹੜੀ ਕਿਸਮ ਤੁਹਾਨੂੰ ਫੀਲ ਹੁੰਦੀ ਹੈ ਕਿ ਤੁਹਾਡੇ 'ਚ ਉਹਦੀ ਸਿੰਪਟਮਸ ਆਉਣੀਆਂ ਸ਼ੁਰੂ ਹੋ ਗਈਆਂ, ਉਹ ਵਾਲੀ ਤੁਸੀਂ ਟ੍ਰੀਟਮੈਂਟ ਆਪਣੀ ਸ਼ੁਰੂ ਕਰ ਲੈਣਾ। ਕੋਸ਼ਿਸ਼ ਕਰਨਾ ਕਿ ਮੈਡੀਸਨ ਤੋਂ ਬਗੈਰ ਇਹਨੂੰ ਟ੍ਰੀਟ ਕਰ ਲਈਏ। ਅਗਰ ਮੈਡੀਸਨ 'ਤੇ ਚਲਾ ਜਾਏ ਤਾਂ ਇਹਨੂੰ ਫਿਰ ਟ੍ਰੀਟ ਕਰਨ 'ਤੇ ਥੋੜ੍ਹਾ ਟਾਈਮ ਲੱਗਦਾ। ਬਾਈਪੋਲਰ ਡਿਸਆਰਡਰ ਹੁੰਦਾ ਕੀ ਹੈ? ਬਾਈਪੋਲਰ ਡਿਸਆਰਡਰ ਨੂੰ ਅਗਰ ਤੁਸੀਂ ਜਨਰਲ ਇੱਕ ਟਰਮ 'ਚ ਡਿਫਾਈਨ ਕਰੋ ਤਾਂ ਇਹਦਾ ਮਤਲਬ ਹੁੰਦਾ ਟੈਂਸ਼ਨ, ਸਟ੍ਰੈਸ, ਡਿਪਰੈਸ਼ਨ, ਐਂਗਜ਼ਾਇਟੀ। ਇਹ ਸਾਰੀਆਂ ਚੀਜ਼ਾਂ ਇਕੱਠੀਆਂ ਵੀ ਆ ਸਕਦੀਆਂ ਔਰ ਇਹ 1 ਬਾਏ 1 ਵੀ ਆ ਸਕਦੀਆਂ ਔਰ ਇਹ ਬਾਰੀ ਵੀ ਆ ਸਕਦੀਆਂ। ਡਿਪਰੈਸ਼ਨ ਕੀ ਹੁੰਦਾ? ਡਿਪਰੈਸ਼ਨ ਹੁੰਦਾ ਜਦੋਂ ਤੁਹਾਨੂੰ ਫਿਊਚਰ ਦੇ ਖਿਆਲਾਤ ਪਰੇਸ਼ਾਨ ਕਰਨ। ਕੱਲ੍ਹ ਕੀ ਹੋਣਾ, ਕੱਲ੍ਹ ਨੂੰ ਇਹ ਨਾ ਹੋ ਜਾਏ, ਸ਼ਾਮ ਨੂੰ ਇਹ ਨਾ ਹੋ ਜਾਏ, ਪਰਸੋਂ ਨੂੰ ਇਹ ਨਾ ਹੋ ਜਾਏ, ਅਗਲੇ ਸਾਲ ਇਹ ਨਾ ਹੋ ਜਾਏ, ਇਹ ਹੋ ਜਾਣਾ, ਇਹ ਹੋਣ ਲੱਗਾ। ਇਹਨੂੰ ਕਹਿੰਦੇ ਨੇ ਡਿਪਰੈਸ਼ਨ। ਇਹਨਾਂ ਚੀਜ਼ਾਂ ਦੇ ਬਾਰੇ 'ਚ ਜਿਹੜੀ ਪਰੇਸ਼ਾਨੀ ਹੁੰਦੀ ਹੈ ਉਹਨੂੰ ਡਿਪਰੈਸ਼ਨ ਕਿਹਾ ਜਾਂਦਾ। ਜਿਹੜੀ ਐਂਗਜ਼ਾਇਟੀ ਹੈ ਉਹ ਪਾਸਟ ਦੀਆਂ ਚੀਜ਼ਾਂ ਦੇ ਬਾਰੇ 'ਚ ਪਰੇਸ਼ਾਨੀ ਨੂੰ ਐਂਗਜ਼ਾਇਟੀ ਕਹਿੰਦੇ ਨੇ। ਤੁਸੀਂ ਅਗਰ ਪਾਸਟ 'ਚ ਰਹਿੰਦੇ ਹੋ, ਤੁਹਾਡੇ ਨਾਲ ਇੰਜ ਹੋਇਆ ਸੀ ਸਾਲ ਪਹਿਲਾਂ, ਤੁਸੀਂ ਉਹਨੂੰ ਯਾਦ ਕਰਕੇ ਤੇ ਟੈਨਸ਼ਨ ਲੈਂਦੇ ਹੋ, ਸਟ੍ਰੈਸ ਲੈਂਦੇ ਹੋ। ਇਹ ਕਹਿੰਦੇ ਹੋ ਕਿ ਮੇਰੇ ਨਾਲ ਹੀ ਇਹ ਕਿਉਂ ਹੋਇਆ, ਉਹਨੇ ਮੇਰੇ ਨਾਲ ਇਹ ਕਿਉਂ ਕੀਤਾ, ਇਹ ਮੇਰਾ ਨੁਕਸਾਨ ਕਿਉਂ ਹੋ ਗਿਆ, ਮੈਂ ਕੀ ਕੀਤਾ ਸੀ ਮੇਰਾ ਇਹ ਨੁਕਸਾਨ ਹੋ ਗਿਆ, ਜਾਂ ਮੈਂ ਇਹ ਨਾ ਕੀਤਾ ਹੁੰਦਾ ਤੇ ਮੈਂ ਸ਼ਾਇਦ ਇੰਜ ਹੁੰਦਾ, ਮੈਂ ਇੰਜ ਕੀਤਾ ਹੁੰਦਾ ਤੇ ਮੈਂ ਇੰਜ ਹੁੰਦਾ। ਇਹ ਪੁਰਾਣੀਆਂ ਚੀਜ਼ਾਂ ਨੂੰ ਯਾਦ ਕਰਨਾ, ਇਹਦਾ ਮਤਲਬ ਹੈ ਤੁਹਾਨੂੰ ਐਂਗਜ਼ਾਇਟੀ ਹੋ ਰਹੀ ਹੈ। ਡਿਪਰੈਸ਼ਨ ਔਰ ਐਂਗਜ਼ਾਇਟੀ, ਇਹਨਾਂ ਦੋਵਾਂ ਚੀਜ਼ਾਂ ਦਾ ਬਾਰ-ਬਾਰ ਆਉਣਾ ਜਾਂ ਬਾਰੀ ਆਉਣਾ ਜਾਂ ਇਕੱਠਿਆਂ ਆਉਣਾ, ਇਹ ਤੁਹਾਨੂੰ ਬਾਈਪੋਲਰ ਡਿਸਆਰਡਰ ਸ਼ੁਰੂ ਹੋ ਰਿਹਾ। ਇਹਨੂੰ ਫੌਰਨ ਇੱਥੋਂ ਹੀ ਪਕੜ ਲਓ ਔਰ ਅਗਰ ਤੁਸੀਂ ਇਹਨੂੰ ਇੱਥੋਂ ਹੀ ਪਕੜ ਲਓਗੇ ਤਾਂ ਇਹ ਹਟ ਜਾਏਗਾ। ਅਗਰ ਇੱਥੋਂ ਨਹੀਂ ਪਕੜੋਗੇ ਤਾਂ ਇਹ ਸੀਵੀਅਰ ਹੁੰਦਾ ਜਾਏਗਾ ਔਰ ਸਲੋਲੀ ਮੈਂ ਇਹੋ ਜਿਹੇ ਪੇਸ਼ੈਂਟਸ ਵੀ ਦੇਖੇ ਨੇ ਜਿਹੜੇ ਕਲੀਨਿਕਸ 'ਤੇ ਆ ਕੇ ਸਾਡੇ ਨਾਲ ਵੀ ਲੜ ਪੈਂਦੇ ਨੇ। ਉਹ ਆਪਣੇ ਘਰਦਿਆਂ ਨਾਲ ਵੀ ਲੜ ਰਹੇ ਹੁੰਦੇ ਨੇ ਔਰ ਜਦੋਂ ਉਹ ਕਲੀਨਿਕ 'ਤੇ ਆਉਂਦੇ ਨੇ ਉਹ ਡਾਕਟਰ ਨਾਲ ਵੀ ਲੜ ਰਹੇ ਹੁੰਦੇ ਨੇ। ਉਹਨਾਂ ਦਾ ਕਸੂਰ ਨਹੀਂ ਹੈ, ਉਹ ਵਿਚਾਰਿਆਂ ਨੂੰ ਸਮਝ ਨਹੀਂ ਆ ਰਹੀ ਹੁੰਦੀ। ਉਹਨਾਂ 'ਤੇ ਸਟ੍ਰੈਸ ਇੰਨਾ ਜ਼ਿਆਦਾ ਆ ਚੁੱਕਿਆ ਹੁੰਦਾ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕਹਿ ਕੀ ਰਹੇ ਨੇ। ਇਹਦੇ 'ਚ ਹੁੰਦਾ ਕੀ ਆ? ਇਹਦੇ 'ਚ ਤੁਹਾਨੂੰ ਮੂਡ ਸਵਿੰਗਸ ਹੁੰਦੇ ਨੇ, ਮੂਡ ਚੇਂਜ ਹੁੰਦਾ। ਯਕਦਮ ਤੁਸੀਂ ਇੰਜ ਹੋ ਜਾਂਦੇ ਹੋ ਅਤੇ ਯਕਦਮ ਤੁਸੀਂ ਬਹੁਤ ਅੱਛੇ ਹੋ ਜਾਂਦੇ ਹੋ। ਕਿਸੇ ਵਕਤ ਇੰਨੇ ਅੱਛੇ ਹੁੰਦੇ ਹੋ ਕਿ ਕੋਈ ਇਹ ਨਹੀਂ ਕਹਿ ਸਕਦਾ ਕਿ ਇਹ ਕਦੀ ਬੁਰਾ ਵੀ ਸੀਗਾ, ਇਹ ਕਦੀ ਗਲਤ ਗੱਲ ਕਰ ਵੀ ਸਕਦਾ, ਅਤੇ ਕਿਸੇ ਟਾਈਮ ਇੰਨੀ ਬੁਰੀ ਗੱਲ ਕਰ ਦਿੰਦੇ ਹੋ ਕਿ ਕੋਈ ਇਹ ਨਹੀਂ ਕਹਿ ਸਕਦਾ ਕਿ ਕਦੀ ਚੰਗੀ ਗੱਲ ਵੀ ਕਰ ਸਕਦਾ। ਇੰਨੇ ਤੁਹਾਡੇ ਮੂਡ ਸਵਿੰਗ ਹੁੰਦੇ ਔਰ ਇਹ ਸੈਕਿੰਡਸ 'ਚ, ਮਿੰਟਸ 'ਚ ਹੁੰਦੇ। ਹੁਣੇ ਹੀ ਤੁਸੀਂ ਬੈਠੇ ਬੈਠੇ ਗੁੱਸੇ 'ਚ ਸੀਗੇ, ਹੁਣੇ ਹੀ ਥੋੜ੍ਹੀ ਦੇਰ ਬਾਅਦ ਤੁਸੀਂ ਕਹੋਗੇ ਮੈਂ ਕੀ ਕਿਹਾ, ਮੈਨੂੰ ਤਾਂ ਪਤਾ ਹੀ ਨਹੀਂ ਮੈਂ ਕੀ ਕਿਹਾ ਤੁਹਾਨੂੰ, ਮੈਂ ਤਾਂ ਕੋਈ ਨਾਰਮਲੀ ਗੱਲ ਕਰ ਰਿਹਾ ਸੀ, ਮੈਂ ਤਾਂ ਤੁਹਾਡੇ ਨਾਲ ਗੁੱਸਾ ਕੀਤਾ ਹੀ ਨਹੀਂ। ਇਸੇ ਤਰ੍ਹਾਂ ਹੀ ਹੁਣੇ ਤੁਸੀਂ ਬਹੁਤ ਅੱਛੀ ਗੱਲ ਕਰ ਰਹੇ ਹੋ, ਹੱਸ ਰਹੇ ਹੋ, ਅਤੇ ਕੋਈ ਐਸੀ ਇੱਕ ਗੱਲ ਹੋ ਗਈ ਔਰ ਤੁਸੀਂ ਉਸੇ ਟਾਈਮ ਤੁਹਾਡਾ ਮੂਡ ਚੇਂਜ ਹੋ ਗਿਆ ਔਰ ਤੁਸੀਂ ਗੁੱਸੇ 'ਚ ਆ ਗਏ। ਅਤੇ ਇਹ ਮੂਡ ਸਵਿੰਗਸ ਜਿਹੜੇ ਨੇ ਇਹ ਬਾਈਪੋਲਰ ਡਿਸਆਰਡਰ ਦਾ ਇੱਕ ਪਹਿਲੀ ਪੱਕੀ ਨਿਸ਼ਾਨੀ ਹੈ। ਉਸ ਤੋਂ ਬਾਅਦ ਦੂਸਰੀ ਚੀਜ਼, ਇਹ ਬਾਈਪੋਲਰ ਵਾਲੇ ਲੋਕਾਂ 'ਚ ਐਨਰਜੀ ਬਹੁਤ ਹੁੰਦੀ ਹੈ। ਐਨਰਜੀ ਤੋਂ ਮੁਰਾਦ ਹੈ ਕਿ ਉਹ ਬਹੁਤ ਸਮਟਾਈਮ ਐਕਟਿਵ ਕੰਮ ਕਰ ਰਹੇ ਹੁੰਦੇ ਨੇ ਅਤੇ ਸਮਟਾਈਮ ਬਹੁਤ ਡਿਪਰੈਸ ਹੋ ਕੇ ਡਿੱਗੇ ਰਹਿੰਦੇ ਨੇ। ਜਦੋਂ ਐਕਟਿਵ ਹੁੰਦੇ ਨੇ ਉਦੋਂ ਉਹਨਾਂ ਨੂੰ ਇਹ ਹੁੰਦਾ ਹੀ ਨਹੀਂ ਕਿ ਉਹ ਕਦੇ ਕੋਈ ਬਿਮਾਰ ਨੇ। ਉਹਨਾਂ 'ਚ ਜਾਨ ਇੰਨੀ ਫੀਲ ਹੁੰਦੀ ਹੈ, ਤੁਹਾਨੂੰ ਉਹਨਾਂ 'ਚ ਰੇਸਿੰਗ ਐਨਰਜੀ ਫੀਲ ਹੁੰਦੀ ਹੈ ਕਿ ਤੁਸੀਂ ਕਹਿੰਦੇ ਹੋ ਕਿ ਇਹ ਬੰਦੇ ਤਾਂ ਬਿਮਾਰ ਹੈ ਹੀ ਨਹੀਂ, ਇਹ ਤਾਂ ਠੀਕ ਠਾਕ ਹੈ। ਉਹਨਾਂ 'ਚ ਐਨਰਜੀ ਹੁੰਦੀ ਹੈ, ਤੁਹਾਨੂੰ ਫੀਲ ਹੋਏਗੀ, ਉਹਨਾਂ ਦੀ ਗੱਲਾਂ 'ਚ ਫੀਲ ਹੋਏਗੀ, ਉਹਨਾਂ ਦੀ ਡਿਸਕਸ਼ਨ 'ਚ ਫੀਲ ਹੋਏਗੀ, ਸਮਟਾਈਮ ਉਹਨਾਂ ਦੇ ਆਈਡੀਆਜ਼ 'ਚ ਫੀਲ ਹੋਏਗੀ, ਸਮਟਾਈਮ ਉਹਨਾਂ ਦੇ ਹਾਰਡ ਵਰਕ 'ਚ ਫੀਲ ਹੋਏਗੀ। ਤੁਹਾਨੂੰ ਨਜ਼ਰ ਆਏਗਾ ਕਿ ਇਹਨਾਂ ਦੇ ਵਿੱਚ ਬਹੁਤ ਐਨਰਜੀ ਹੈ। ਇਹ ਦੂਸਰੀ ਇਹਦੀ ਨਿਸ਼ਾਨੀ ਹੈ। ਜਿਹੜਾ ਬੰਦਾ ਓਵਰ ਐਨਰਜੀ ਸ਼ੋਅ ਕਰੇ ਉਹ ਫੌਰਨ ਆਪਣੇ ਟੈਸਟ ਕਰਾਏ ਔਰ ਗੌਰ ਕਰੇ ਕਿ ਇਹ ਜਿਹੜੀਆਂ ਸਿੰਪਟਮਸ ਮੈਂ ਦੇ ਰਿਹਾ ਇਹਨਾਂ 'ਚ ਕੋਈ ਉਹਦੇ 'ਚ ਆ ਤਾਂ ਨਹੀਂ ਰਹੀ। ਤੀਸਰੇ ਨੰਬਰ 'ਤੇ ਇਹ ਜਿਹੜੀ ਇਹਨਾਂ ਦੀ ਡੇ ਟੂ ਡੇ ਲਿਵਿੰਗ ਹੈ ਉਹ ਪਿਛਲੇ ਸਾਲ ਨਾਲੋਂ ਇਸ ਸਾਲ ਮੁਸ਼ਕਲ ਹੁੰਦੀ ਜਾ ਰਹੀ ਹੁੰਦੀ ਹੈ। ਉਹਨਾਂ ਨੂੰ ਫੀਲ ਹੁੰਦਾ ਹੈ ਕਿ ਉਹ ਰੋਜ਼ਾਨਾ ਕੋਈ ਨਾ ਕੋਈ ਐਸਾ ਉਹਨਾਂ ਨੂੰ ਜ਼ਿੰਦਗੀ 'ਚ ਚੀਜ਼ ਹੋ ਜਾਂਦੀ ਹੈ ਜਿਹੜੀ ਉਹਨਾਂ ਦੇ ਲਈ ਤਕਲੀਫ ਦਾ, ਪਰੇਸ਼ਾਨੀ ਦਾ, ਮੁਸ਼ਕਲ ਦਾ ਬਾਇਸ ਬਣ ਰਹੀ ਹੈ।
ਔਰ ਉਹ ਆਹਿਸਤਾ ਆਹਿਸਤਾ ਆਪਣੇ ਬਿਹੇਵੀਅਰ ਨਾਲ, ਐਟੀਟਿਊਡ ਨਾਲ ਆਪਣੇ ਦੋਸਤਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਜਾਣਨ ਵਾਲਿਆਂ ਨੂੰ, ਆਪਣੇ ਅਰਾਊਂਡ ਲੋਕਾਂ ਨੂੰ ਦੂਰ ਕਰਦੇ ਜਾ ਰਹੇ ਨੇ, ਖਿਲਾਫ ਕਰਦੇ ਜਾ ਰਹੇ ਨੇ ਆਪਣੇ। ਉਹਨਾਂ ਨੂੰ ਪਤਾ ਨਹੀਂ ਲੱਗਦਾ, ਲੇਕਿਨ ਉਹ ਲੋਕ ਉਹਨਾਂ ਤੋਂ ਕਤਰਾਣਾ ਸ਼ੁਰੂ ਹੋ ਗਏ ਨੇ। ਆਹਿਸਤਾ ਆਹਿਸਤਾ ਲੋਕ ਉਹਨਾਂ ਤੋਂ ਡਰਨਾ ਸ਼ੁਰੂ ਹੋ ਗਏ ਨੇ। ਫਿਰ ਇਹਨਾਂ ਲੋਕਾਂ ਨੂੰ ਹੈਲੂਸੀਨੇਸ਼ਨਸ ਹੁੰਦੀਆਂ ਨੇ। ਹੈਲੂਸੀਨੇਸ਼ਨਸ ਕੀ ਹੁੰਦੀਆਂ ਨੇ? ਐਵੇਂ ਤੁਹਾਨੂੰ ਲੱਗੇ ਕਿ ਉਹ ਮੇਰੇ ਪਿੱਛੇ ਬੰਦੇ ਨੇ, ਉਹ ਮੈਨੂੰ ਮਾਰ ਦੇਗਾ, ਉਹ ਮੈਨੂੰ ਕੁਝ ਕਹਿਣ ਲੱਗਾ, ਮੈਨੂੰ ਫੀਲ ਹੋਇਆ ਕਿ ਉੱਥੇ ਹੁਣੇ ਕੋਈ ਖੜਾ ਸੀ, ਉੱਥੇ ਕੋਈ ਖੜਾ ਸੀ। ਇਸ ਤਰ੍ਹਾਂ ਹੈਲੂਸੀਨੇਸ਼ਨਸ ਹੋਣੀਆਂ, ਜਿਨ੍ਹਾਂ ਨੂੰ ਆਪਾਂ ਅਕਸਰ ਦਮ ਦਰੂਦ ਕਰਾਉਣ ਲੈ ਜਾਂਦੇ, ਬਾਬਿਆਂ ਕੋਲ ਲੈ ਜਾਂਦੇ। ਅਸੀਂ ਕਹਿੰਦੇ ਕਿ ਇਹਨੂੰ ਜਿੰਨ ਚਿੰਬੜ ਗਿਆ, ਇਹਨੂੰ ਇਹ ਹੋ ਗਿਆ, ਉਹ ਹੋ ਗਿਆ। ਐਸਾ ਕੁਝ ਨਹੀਂ ਹੋਇਆ ਹੁੰਦਾ, ਉਹਨੂੰ ਬਾਈਪੋਲਰ ਡਿਸਆਰਡਰ ਸ਼ੁਰੂ ਹੋਇਆ ਹੁੰਦਾ। ਹੈਲੂਸੀਨੇਸ਼ਨ ਔਰ ਡਿਲੂਜਨਸ, ਇਹ ਸਾਰੀਆਂ ਇਹਦੀਆਂ ਆਪਣੀਆਂ ਘੜੀਆਂ ਹੋਈਆਂ ਚੀਜ਼ਾਂ ਹੁੰਦੀਆਂ, ਆਪਣੇ ਦਿਮਾਗ ਨੇ ਘੜੀਆਂ ਹੁੰਦੀਆਂ। ਲਿਹਾਜ਼ਾ ਤੁਸੀਂ ਇਹਨਾਂ ਦਾ ਮੈਡੀਕਲ ਇਲਾਜ ਕਰਾਓ, ਜਿਹੜਾ ਕਿ ਅੱਗੇ ਤੁਹਾਨੂੰ ਮੈਂ ਦੱਸਣ ਲੱਗਾ ਉਹ ਸਭ ਤੋਂ ਆਸਾਨ ਹੈ, ਔਰ ਇਹਨੂੰ ਬਾਬਿਆਂ ਤੋਂ ਔਰ ਦੂਸਰੇ ਇਲਾਜ ਤੋਂ ਬਚਾਓ। ਅਦਰਵਾਈਜ਼ ਸਾਰੀ ਉਮਰ ਲਈ ਇਸ ਕੈਫੀਅਤ 'ਚ ਡੀਪਰ ਔਰ ਡੀਪਰ ਡਿੱਗਦਾ ਜਾਏਗਾ ਬੰਦਾ। ਹੁਣ ਇਹਦੀਆਂ ਤੁਹਾਨੂੰ ਮੈਂ ਦੱਸਦਾ ਇਹਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ। ਬਾਈਪੋਲਰ ਡਿਸਆਰਡਰ ਦੀਆਂ ਟੋਟਲ 4 ਕਿਸਮਾਂ ਨੇ। ਪਹਿਲੀ ਕਿਸਮ ਇਹ ਹੈ ਕਿ ਇਹਨੂੰ ਟਾਈਪ 1 ਕਹਿੰਦੇ। ਜਿਹੜਾ ਟਾਈਪ 1 ਹੈ ਉਹਦੇ 'ਚ ਤੁਹਾਨੂੰ ਅੱਗੇ ਮੈਂ ਡੈਫੀਨੇਸ਼ਨ ਦੱਸੀ ਕਿ ਡਿਸਆਰਡਰ ਡਿਪਰੈਸ਼ਨ ਤੇ ਐਂਗਜ਼ਾਇਟੀ ਦਾ ਨਾਮ ਬਾਈਪੋਲਰ ਡਿਸਆਰਡਰ ਹੈ। ਟਾਈਪ 1 ਦੇ ਵਿੱਚ ਡਿਪਰੈਸ਼ਨ ਜ਼ਿਆਦਾ ਆਉਂਦਾ ਤੇ ਐਂਗਜ਼ਾਇਟੀ ਘੱਟ ਆਉਂਦੀ ਹੈ, ਤੇ ਆਉਂਦੇ ਵੀ ਅਲਟਰਨੇਟ ਬੇਸਿਸ ਤੇ ਆ। ਯਾਨੀ ਜਦੋਂ ਐਂਗਜ਼ਾਇਟੀ ਹੋਏਗੀ ਉਦੋਂ ਡਿਪਰੈਸ਼ਨ ਨਹੀਂ ਹੋਏਗਾ, ਤੇ ਜਦੋਂ ਡਿਪਰੈਸ਼ਨ ਹੋਏਗਾ ਉਦੋਂ ਐਂਗਜ਼ਾਇਟੀ ਨਹੀਂ ਹੋਏਗੀ। ਇਹ ਬਾਰੀ-ਬਾਰੀ ਆਉਂਦੇ ਨੇ, ਔਰ ਇਹ ਕਦੇ ਵੀ ਕੋਈ ਵੀ ਆ ਸਕਦਾ ਇਹਨਾਂ 'ਚੋਂ। ਸਮ ਟਾਈਮ ਬਹੁਤ ਅਰਸੇ ਲਈ ਐਂਗਜ਼ਾਇਟੀ ਰਹਿੰਦੀ, ਸਮ ਟਾਈਮ ਬਹੁਤ ਅਰਸੇ ਲਈ ਡਿਪਰੈਸ਼ਨ ਰਹਿੰਦਾ, ਲੇਕਿਨ ਐਂਗਜ਼ਾਇਟੀ ਇਹਦੇ 'ਚ ਘੱਟ ਹੁੰਦੀ ਹੈ, ਡਿਪਰੈਸ਼ਨ ਇਹਦੇ 'ਚ ਜ਼ਿਆਦਾ ਹੁੰਦਾ। ਜਿਹੜੀ ਟਾਈਪ 2 ਹੈ, ਸੈਕੰਡ ਟਾਈਪ, ਉਹਦੇ 'ਚ ਡਿਪਰੈਸ਼ਨ ਵੀ ਹੁੰਦਾ ਤੇ ਐਂਗਜ਼ਾਇਟੀ ਵੀ ਹੁੰਦੀ ਹੈ, ਦੋਨੋਂ ਹੁੰਦੇ ਨੇ। ਪਹਿਲੇ 'ਚ ਤੇ ਬਾਰੀ-ਬਾਰੀ ਆਉਂਦੇ ਸੀ ਨਾ, ਇਹ ਦੂਸਰੇ ਵਿੱਚ ਦੋਨੋਂ ਆਉਂਦੇ ਨੇ, ਔਰ ਦੋਨੋਂ ਹੀ ਕਾਫੀ ਸਵੀਅਰ ਹੁੰਦੇ ਨੇ। ਟਾਈਪ 2 ਜਿਹੜਾ ਬਾਈਪੋਲਰ ਹੈ ਇਹ ਖਾਸਾ ਸੀਰੀਅਸ ਹੁੰਦਾ। ਟਾਈਪ 3 ਜਿਹੜਾ ਉਹਨੂੰ ਸਾਈਕਲੋਥੈਮਿਕ ਬਾਈਪੋਲਰ ਕਹਿੰਦੇ ਨੇ, ਉਹ ਜ਼ਰਾ ਨਾਰਮਲ ਜਿਹਾ ਹੁੰਦਾ, ਜਿਹੜਾ ਕਿਸੇ ਨੂੰ ਵੀ ਹੋ ਸਕਦਾ। ਐਵੇਂ ਅਸੀਂ ਟੁਰੇ ਜਾਂਦੇ, ਸਮ ਟਾਈਮ ਸਾਨੂੰ ਗੁੱਸਾ ਆ ਜਾਂਦਾ। ਤੁਸੀਂ ਇਹ ਸਮਝੋ ਕਿ ਤੁਸੀਂ ਸਾਈਕਲੋਥੈਮਿਕ ਤੇ ਉਦੋਂ ਪੈਰ ਰੱਖਿਆ, ਉਦੋਂ ਤੁਸੀਂ ਐਂਟਰੈਂਸ ਲਈ ਹੈ ਸਾਈਕਲੋਥੈਮਿਕ ਡਿਸਆਰਡਰ 'ਚ। ਇਹਨੂੰ ਅਵੋਇਡ ਕਰ ਲਓ, ਹੁਣੇ ਤੋਂ ਹੀ ਬਚ ਜਾਓ। ਤੇ ਚੌਥੀ ਜਿਹੜੀ ਟਾਈਪ ਹੁੰਦੀ ਹੈ ਉਹਨਾਂ ਲੋਕਾਂ ਨੂੰ ਹੁੰਦੀ ਜਿਹੜੇ ਡਰੱਗਸ ਯੂਜ਼ ਕਰਦੇ ਨੇ, ਜਾਂ ਅਲਕੋਹਲ ਦਾ ਬਹੁਤ ਇਸਤੇਮਾਲ ਕਰਦੇ ਨੇ, ਜਾਂ ਉਹਨਾਂ ਨੇ ਮੈਡੀਸਨਸ ਐਸੀਆਂ ਲਈਆਂ ਹੁੰਦੀਆਂ ਨੇ ਜਿਵੇਂ ਐਂਟੀਬਾਇਓਟਿਕਸ ਬਹੁਤ ਯੂਜ਼ ਕੀਤੀਆਂ, ਜਾਂ ਟੈਲੀਨੋਲ, ਪੇਨ ਕਿਲਰਸ, ਇਸ ਤਰ੍ਹਾਂ ਦੀਆਂ ਕਾਫੀ ਸਾਰੀਆਂ ਮੈਡੀਸਨਸ ਯੂਜ਼ ਕੀਤੀਆਂ। ਉਹਦੇ ਸਾਈਡ ਇਫੈਕਟਸ ਦੇ ਤੌਰ ਤੇ ਉਹਨਾਂ ਨੂੰ ਇਹ ਕਿਸਮ ਦਾ ਬਾਈਪੋਲਰ ਡਿਸਆਰਡਰ ਹੁੰਦਾ। ਇਹ ਚੌਥੀ ਕਿਸਮ ਹੈ। ਇਹਦੇ ਅਦਰਸ 'ਚ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ। ਜਿਹੜੀ ਵੀ ਕੋਈ ਤੁਹਾਨੂੰ ਚੀਜ਼ ਸਟ੍ਰੈਸ ਦਿੰਦੀ ਹੈ, ਡਿਪਰੈਸ਼ਨ ਦਿੰਦੀ ਹੈ, ਟੈਨਸ਼ਨ ਦਿੰਦੀ ਹੈ, ਐਂਗਜ਼ਾਇਟੀ ਦਿੰਦੀ ਹੈ, ਉਹ ਇੱਕ ਚੌਥੀ ਕਿਸਮ 'ਚ ਆਉਂਦੀ ਹੈ, ਇਹਨਾਂ ਪਹਿਲੀਆਂ ਤਿੰਨਾਂ ਤੋਂ ਇਲਾਵਾ। ਹੁਣ ਇਹਨਾਂ ਦੀਆਂ ਕਿਸਮਾਂ ਤੋਂ ਬਾਅਦ ਮੈਂ ਤੁਹਾਨੂੰ ਇਹਦੀਆਂ ਸਿੰਪਟਮਸ ਦੱਸਦਾ ਕਿ ਸਿੰਪਟਮਸ ਕੀ ਹੋ ਸਕਦੀਆਂ। ਸਭ ਤੋਂ ਪਹਿਲੀ ਇਹਦੀ ਸਿੰਪਟਮ ਤੁਹਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਤੁਸੀਂ ਮੂਡ ਸਵਿੰਗਸ, ਜਿਵੇਂ ਮੈਂ ਦੱਸਿਆ, ਮੂਡ ਚੇਂਜ ਤਾਂ ਨਹੀਂ ਹੋ ਰਹੇ, ਬਾਰ-ਬਾਰ ਚੇਂਜ ਹੋ ਰਿਹਾ। ਦੂਸਰੀ ਇਹਦੀ ਕਿਸਮ ਹੈ ਤੁਹਾਡੀ ਸਲੀਪ ਡਿਸਆਰਡਰ ਹੋ ਜਾਂਦਾ, ਤੁਹਾਡੀ ਨੀਂਦ ਡਿਸਟਰਬ ਹੋ ਜਾਂਦੀ ਹੈ। ਤੁਹਾਡੀ ਨੀਂਦ, ਰਾਤ ਨੂੰ ਲੇਟਦੇ ਹੋ ਬਿਸਤਰ ਤੇ ਖਿਆਲਾਤ ਆਉਣੇ ਸ਼ੁਰੂ ਹੋ ਜਾਂਦੇ ਆ, ਨੀਂਦ ਆਉਂਦੀ ਨਹੀਂ। ਕਦੀ ਇੱਥੋਂ ਜੰਪ ਕਰਦਾ ਦਿਮਾਗ ਤੇ ਉਹ ਉੱਥੇ ਪਹੁੰਚ ਜਾਂਦਾ, ਤੇ ਉੱਥੋਂ ਜੰਪ ਕਰਦਾ ਦਿਮਾਗ ਤੇ ਉੱਥੇ ਪਹੁੰਚ ਜਾਂਦਾ। ਇਸ ਡਿਸਆਰਡਰ ਨੂੰ ਹੁੰਦਿਆਂ ਸਾਰ ਫੌਰਨ ਆਪਣੇ ਆਪ ਨੂੰ ਚੈੱਕਅਪ ਕਰਵਾਓ ਕਿ ਤੁਹਾਨੂੰ ਬਾਈਪੋਲਰ ਡਿਸਆਰਡਰ ਤੇ ਨਹੀਂ ਹੋ ਰਿਹਾ। ਦੂਸਰੀ ਹੈ ਕਿ ਤੁਸੀਂ ਆਪਣਾ ਕੰਮ ਮਿਸ ਕਰਨਾ ਸ਼ੁਰੂ ਕਰ ਦਿੰਦੇ ਹੋ। ਤੁਸੀਂ ਅਗਰ ਸਟੂਡੈਂਟ ਹੋ ਤੇ ਆਪਣਾ ਪੜ੍ਹਾਈ ਮਿਸ ਕਰਨਾ ਸ਼ੁਰੂ ਕਰ ਦਿੰਦੇ ਹੋ। ਅਗਰ ਤੁਸੀਂ ਕਿਤੇ ਵਰਕ ਕਰਦੇ ਹੋ ਤਾਂ ਤੁਸੀਂ ਆਪਣਾ ਵਰਕ ਮਿਸ ਕਰਨਾ ਸ਼ੁਰੂ ਕਰ ਦਿੰਦੇ ਹੋ। ਛੁੱਟੀਆਂ ਕਰਨ ਦੀ ਆਦਤ ਪੈ ਜਾਂਦੀ ਹੈ। ਤੁਸੀਂ ਚਾਹੁੰਦੇ ਹੋ ਕਿ ਮੈਂ ਅੱਜ ਨਾ ਜਾਵਾਂ, ਅੱਜ ਮੈਂ ਘਰ ਹੀ ਰਵਾਂ, ਅੱਜ ਮੈਂ ਡਿੱਗਿਆ ਰਵਾਂ, ਅੱਜ ਮੈਂ ਇਹ ਸੋਚ ਲਵਾਂ, ਅੱਜ ਮੈਂ ਇਹ ਕਰ ਲਵਾਂ, ਇਹ ਕਰ ਲਾਂ। ਤੁਸੀਂ ਅਵੋਇਡ ਕਰਦੇ ਹੋ ਵਰਕ ਨੂੰ, ਅਤੇ ਜਦੋਂ ਵਰਕ ਨੂੰ ਅਵੋਇਡ ਕਰਨਾ ਸ਼ੁਰੂ ਕਰ ਦਿਓ, ਇਹਦੀ ਦੂਸਰੀ ਨਿਸ਼ਾਨੀ ਹੈ। ਤੀਸਰੀ ਇਹਦੀ ਨਿਸ਼ਾਨੀ ਹੈ ਕਿ ਤੁਹਾਡੀ ਜੱਜਮੈਂਟ ਵੀਕ ਹੁੰਦੀ ਜਾਂਦੀ ਹੈ। ਤੁਸੀਂ ਜਦੋਂ ਚੀਜ਼ਾਂ ਨੂੰ ਅਸੈਸ ਕਰਦੇ ਹੋ, ਜਿਵੇਂ ਆਪਾਂ 2+2 ਕਹਿੰਦੇ 4, ਅਤੇ ਸਮ ਟਾਈਮ ਤੁਸੀਂ ਕਹਿਣਾ 4 ਚਾਹੁੰਦੇ ਹੋ, ਤੁਸੀਂ ਕਹਿ 5 ਦਿੰਦੇ ਹੋ। 2+2 3 ਜਾਂ 5 ਹੈ, ਐਕਚੁਅਲੀ ਤੁਹਾਡੇ ਦਿਮਾਗ 'ਚ ਮੈਂ 4 ਕਹਿਣਾ, ਲੇਕਿਨ ਉਹ ਤੁਸੀਂ ਐਵੇਂ ਕੁਛ ਹੋਰ ਕਹਿ ਜਾਂਦੇ ਹੋ। ਤੁਹਾਡੀ ਜੱਜਮੈਂਟ ਵੀਕ ਹੋ ਜਾਂਦੀ ਹੈ। ਤੁਸੀਂ ਚੀਜ਼ਾਂ ਨੂੰ ਦੀ ਅਸੈਸਮੈਂਟ ਗਲਤ ਕਰਨੀ ਸ਼ੁਰੂ ਕਰ ਦਿੰਦੇ ਹੋ। ਇਹ ਇੰਝ ਹੋਏਗਾ ਤੇ ਇਹ ਫਾਇਦਾ ਹੋ ਜਾਏਗਾ ਮੈਨੂੰ, ਇਹ ਬਿਜ਼ਨਸ ਕਰਾਂਗਾ ਤੇ ਇਹ ਹੋ ਜਾਏਗਾ। ਉਹ ਤੁਹਾਡੀ ਜੱਜਮੈਂਟ ਰੋਂਗ ਹੁੰਦੀ ਹੈ ਔਰ ਤੁਸੀਂ ਉਹ ਨੁਕਸਾਨ ਉਠਾਉਂਦੇ ਹੋ ਉਹਦੇ 'ਚ। ਇਹ ਚੀਜ਼ਾਂ ਨੂੰ ਕਵਰ ਕਰ ਲਓ ਸ਼ੁਰੂ ਤੋਂ ਹੀ। ਜਦੋਂ ਇਹ ਆਉਣੀਆਂ ਸ਼ੁਰੂ ਹੋਣ,
ਫੌਰਨ ਸਮਝ ਜਾਓ ਕਿ ਤੁਹਾਨੂੰ ਬਾਈਪੋਲਰ ਡਿਸਆਰਡਰ ਹੋਣਾ ਸ਼ੁਰੂ ਹੋ ਗਿਆ। ਤੁਸੀਂ ਜਜਮੈਂਟ ਆਪਣੀ ਰੋਕ ਦਿਓ ਔਰ ਕਿਸੇ ਹੋਰ ਦੇ ਮਸ਼ਵਰੇ ਨਾਲ ਚੱਲਣਾ ਸ਼ੁਰੂ ਕਰ ਦਿਓ। ਇਹ ਇਹਦੀ ਅਗਲੀ ਨਿਸ਼ਾਨੀ ਹੈ। ਫਿਰ ਇਸੇ ਤਰ੍ਹਾਂ ਹੀ ਤੁਹਾਡੇ ਜਿਹੜੀ ਜ਼ੁਬਾਨ ਹੈ ਉਹ ਤੇਜ਼ ਬੋਲਣਾ ਸ਼ੁਰੂ ਕਰ ਦਿੰਦੀ। ਸਮ ਟਾਈਮ ਤੁਸੀਂ ਨੋਟ ਕਰਦੇ ਹੋ ਕਿ ਤੁਸੀਂ ਟਾਕ ਤੇਜ਼ ਕਰ ਰਹੇ ਹੋ, ਬੜੀ એનર્ਜੀ ਨਾਲ ਟਾਕ ਕਰ ਰਹੇ ਹੋ। ਗੁੱਸੇ 'ਚ ਆ ਕੇ ਤੇ ਜਦੋਂ ਬੰਦਾ ਬੋਲਦਾ ਨਾ ਤਾਂ ਜਿਵੇਂ ਤੇਜ਼ ਬੋਲਦਾ, ਇਸ ਤਰ੍ਹਾਂ ਸਮ ਟਾਈਮ ਤੁਸੀਂ ਨਾਰਮਲ ਬੋਲ ਰਹੇ ਹੁੰਦੇ ਹੋ। ਐਕਚੁਅਲੀ ਉਹ ਨਾਰਮਲ ਨਹੀਂ ਹੁੰਦਾ, ਤੁਹਾਨੂੰ ਬਾਈਪੋਲਰ ਡਿਸਆਰਡਰ ਹੋ ਰਿਹਾ ਹੁੰਦਾ। ਤੁਹਾਨੂੰ ਤੇ ਉਹ ਨਾਰਮਲ ਲੱਗ ਰਿਹਾ ਹੁੰਦਾ, ਲੇਕਿਨ ਜਿਹੜੇ ਦੂਸਰੇ ਲੋਕ ਦੇਖ ਰਹੇ ਉਹਨਾਂ ਨੂੰ ਲੱਗ ਰਿਹਾ ਹੁੰਦਾ ਕਿ ਤੁਸੀਂ ਤੇਜ਼ ਬੋਲਣਾ ਸ਼ੁਰੂ ਹੋ ਗਏ ਹੋ, ਹਾਈਪਰ ਹੋ ਰਹੇ ਹੋ, ਗੁੱਸੇ 'ਚ ਬੋਲ ਰਹੇ ਹੋ, ਜਦਕਿ ਤੁਸੀਂ ਸਮਝ ਰਹੇ ਹੋ ਕਿ ਮੈਂ ਨਾਰਮਲ ਬੋਲ ਰਿਹਾ। ਇਹਨੂੰ ਕਹਿੰਦੇ ਨੇ ਟਾਕਿੰਗ ਫਾਸਟ ਜਾਂ ਟਾਕਿੰਗ ਰੈਪਿਡ। ਇਹਦਾ ਵੀ ਧਿਆਨ ਕਰੋ। ਫਿਰ ਅਗਲੀ ਹੈ, ਤੁਹਾਨੂੰ ਖਿਆਲਾਤ ਬਹੁਤ ਤੇਜ਼ ਆਉਂਦੇ ਨੇ, ਇੰਨੀ ਸਪੀਡ ਨਾਲ ਖਿਆਲ ਆਉਂਦੇ ਨੇ, ਇਹਨੂੰ ਕਹਿੰਦੇ ਨੇ ਰੇਸਿੰਗ ਥਾਟਸ। ਯਾਨੀ ਇੱਕ ਸੈਕਿੰਡ 'ਚ ਤੁਸੀਂ ਇਹ ਸੋਚ ਰਹੇ ਸੀ ਤੇ ਅਗਲੇ ਸੈਕਿੰਡ ਤੁਸੀਂ ਦੂਸਰੀ ਚੀਜ਼ ਸੋਚ ਰਹੇ ਸੀ, ਅਗਲੇ ਸੈਕਿੰਡ ਤੁਸੀਂ ਅਗਲੀ ਤੇ ਪਹੁੰਚ ਗਏ ਹੋ, ਅਗਲੇ ਸੈਕਿੰਡ ਅਗਲੀ ਤੇ ਪਹੁੰਚ ਗਏ ਹੋ। ਫਿਰ ਘੁੰਮ ਕੇ ਇਸ ਤਰ੍ਹਾਂ ਹੀ ਤੁਸੀਂ ਬਾਰ-ਬਾਰ ਨਵੇਂ ਤੋਂ ਨਵੇਂ ਖਿਆਲਾਤ ਤੁਹਾਨੂੰ ਆਉਂਦੇ ਰਹਿੰਦੇ ਨੇ। ਰੇਸਿੰਗ ਥਾਟਸ ਹੋ ਜਾਂਦੇ ਨੇ। ਰੇਸਿੰਗ ਥਾਟਸ ਜਦੋਂ ਆਉਣੇ ਸ਼ੁਰੂ ਹੋ ਜਾਣ ਤੇ ਆਪਣਾ ਖਿਆਲ ਕਰੋ ਕਿ ਤੁਹਾਨੂੰ ਇਹ ਬਾਈਪੋਲਰ ਡਿਸਆਰਡਰ ਹੋ ਸਕਦਾ ਹੈ। ਫਿਰ ਤੁਹਾਡੀ ਐਕਸਟ੍ਰੀਮ ਸੈਡਨੈਸ ਦੇ ਪੈਚਸ ਆਉਂਦੇ ਨੇ ਤੁਹਾਡੇ, ਯਾਨੀ ਛੋਟੇ ਟੁਕੜੇ ਆਉਂਦੇ ਨੇ ਲਾਈਫ 'ਚ, ਜਿਹਦੇ 'ਚ ਤੁਸੀਂ ਸਮਝਦੇ ਹੋ ਕਿ ਤੁਸੀਂ ਨਾਰਮਲ ਬੈਠੇ ਹੋ, ਜਦਕਿ ਤੁਸੀਂ ਬਹੁਤ ਜ਼ਿਆਦਾ ਸੈਡ ਬੈਠੇ ਹੁੰਦੇ ਹੋ। ਤੁਹਾਡੇ ਫੇਸ ਨੂੰ ਦੇਖ ਕੇ ਕੋਈ ਦੂਸਰਾ ਬੰਦਾ ਦੱਸ ਸਕਦਾ ਕਿ ਤੁਸੀਂ ਸੈਡ ਹੋ, ਤੁਸੀਂ ਪਰੇਸ਼ਾਨ ਹੋ, ਜਦਕਿ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਹੁੰਦਾ ਕਿ ਮੈਂ ਸੈਡ ਹਾਂ, ਦੂਸਰੇ ਨੂੰ ਪਤਾ ਲੱਗ ਰਿਹਾ ਹੁੰਦਾ ਸੈਡ ਹੈ। ਅਤੇ ਜਦੋਂ ਤੁਹਾਡੇ ਘਰ ਦੇ ਇਹ ਚੀਜ਼ ਮੈਂਸ਼ਨ ਕਰਨ ਤੁਹਾਨੂੰ ਦੱਸਣ ਕਿ ਹਾਂ ਪੁੱਤਰ ਅੱਜ ਤੂੰ ਸੈਡ ਬੈਠਾ, ਕੀ ਗੱਲ ਹੈ, ਤਾਂ ਤੁਸੀਂ ਇਹ ਨਾ ਕਹੋ ਕਿ ਹਾਂ ਮੈਂ ਨਹੀਂ ਸੈਡ। ਤੁਸੀਂ ਆਪਣੇ ਆਪ ਨੂੰ ਕਵਰ ਕਰੋ, ਐਕਸਰਸਾਈਜ਼ ਕਰੋ, ਆਪਣੀ ਥੈਰੇਪੀ ਕਰੋ, ਦੋਸਤਾਂ ਕੋਲ ਜਾ ਕੇ ਬੈਠੋ, ਹੱਸਣਾ ਖੇਲਣਾ ਸ਼ੁਰੂ ਕਰ ਦਿਓ। ਚੈੱਕ ਕਰੋ ਕਿ ਕਿੱਥੇ ਖਰਾਬੀ ਹੈ ਜਿਹੜਾ ਮੈਂ ਇਹਨਾਂ ਨੂੰ ਸੈਡ ਲੱਗ ਰਿਹਾ, ਜਦਕਿ ਮੈਂ ਤਾਂ ਸੈਡ ਹੈ ਹੀ ਨਹੀਂ ਸੀ, ਅਤੇ ਇਹਨਾਂ ਨੂੰ ਕਿਉਂ ਸੈਡ ਫੀਲ ਹੋ ਰਿਹਾ। ਇਸ ਚੀਜ਼ ਨੂੰ ਨੋਟ ਕਰੋ। ਫਿਰ ਇਸੇ ਤਰ੍ਹਾਂ ਤੁਹਾਡੇ ਖਾਣ ਪੀਣ ਦੀ ਹੈਬਿਟਸ ਚੇਂਜ ਹੋ ਜਾਂਦੀਆਂ ਨੇ, ਈਟਿੰਗ ਡਿਸਆਰਡਰਸ ਪੈਦਾ ਹੋ ਜਾਂਦੇ ਨੇ। ਯਾਨੀ ਤੁਸੀਂ ਅਗਰ ਪਹਿਲੇ ਕੁਛ ਪਸੰਦ ਕਰਦੇ ਸੀ, ਫਿਰ ਤੁਹਾਨੂੰ ਕੁਛ ਚੀਜ਼ਾਂ ਚੰਗੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ, ਲੇਕਿਨ ਤੁਸੀਂ ਖਾਂਦੇ ਵੀ ਟਾਈਮ 'ਤੇ ਨਹੀਂ। ਅਗਰ ਤੁਸੀਂ 6 ਵਜੇ ਖਾਣਾ ਖਾ ਲੈਂਦੇ ਸੀ, ਹੁਣ ਕਦੀ 9 ਵਜੇ ਖਾ ਰਹੇ ਹੋ, ਕਦੀ ਰਾਤ ਨੂੰ 12 ਵਜੇ ਖਾ ਰਹੇ ਹੋ, ਕਦੀ 4 ਵਜੇ ਖਾ ਰਹੇ ਹੋ, ਫਿਰ ਉਸ ਤੋਂ ਬਾਅਦ ਕਹਿੰਦੇ ਮੈਨੂੰ ਭੁੱਖ ਨਹੀਂ ਲੱਗੀ। ਈਟਿੰਗ ਹੈਬਿਟਸ ਚੇਂਜ ਹੋ ਜਾਂਦੀਆਂ ਨੇ, ਤੁਹਾਡੀਆਂ ਚੀਜ਼ਾਂ ਚੇਂਜ ਹੋ ਜਾਂਦੀਆਂ ਨੇ, ਤੁਹਾਡੇ ਖਾਣੇ ਦੀ ਟਾਈਮਿੰਗ ਚੇਂਜ ਹੋ ਜਾਂਦੀ ਹੈ, ਘੱਟ ਵੱਧ ਚੇਂਜ ਹੋ ਜਾਂਦਾ ਹੈ। ਘੱਟ ਖਾਂਦੇ ਹੋ ਤੇ ਵੱਧ ਖਾਣ ਲੱਗ ਜਾਂਦੇ ਹੋ, ਵੱਧ ਖਾਂਦੇ ਹੋ ਘੱਟ ਖਾਣ ਲੱਗ ਜਾਂਦੇ ਹੋ, ਯਾਨੀ ਡਿਸਆਰਡਰਸ ਆ ਜਾਣਾ, ਈਟਿੰਗ ਹੈਬਿਟਸ ਬਦਲ ਜਾਂਦੀਆਂ ਨੇ। ਇਹ ਵੀ ਇੱਕ ਇਹਦੀ ਸਿੰਪਟਮ ਹੈਗੀ ਹੈ। ਫਿਰ ਤੁਹਾਡਾ ਵੇਟ 'ਚ ਡਿਸਆਰਡਰ ਹੁੰਦਾ, ਤੁਹਾਡਾ ਵੇਟ ਜਾਂ ਤਾਂ ਵਧਣਾ ਸ਼ੁਰੂ ਹੋ ਜਾਂਦਾ, ਐਬਨੋਰਮਲੀ ਵਧਣਾ ਸ਼ੁਰੂ ਹੋ ਜਾਂਦਾ, ਜਾਂ ਐਬਨੋਰਮਲੀ ਘਟਣਾ ਸ਼ੁਰੂ ਹੋ ਜਾਂਦਾ। ਇਹ ਵੇਟ ਡਿਸਆਰਡਰ ਵੀ ਇਹਦੀ ਇੱਕ ਨਿਸ਼ਾਨੀਆਂ 'ਚੋਂ ਨਿਸ਼ਾਨੀ ਹੈ। ਫਿਰ ਤੁਸੀਂ ਪਸ਼ੇਮਾਨ ਰਹਿਣਾ ਸ਼ੁਰੂ ਕਰ ਦਿਓ, ਯਾਨੀ ਤੁਹਾਨੂੰ ਕਿਸੇ ਚੀਜ਼ ਦਾ ਗਿਲਟ ਹੋ ਜਾਂਦਾ। ਗਿਲਟ ਮੀਨ ਕਿ ਮੈਂ ਉਹਦੇ ਨਾਲ ਇਹ ਜ਼ਿਆਦਤੀ ਕੀਤੀ ਸੀਗੀ, ਉਹ ਤੁਹਾਨੂੰ ਅੰਦਰ ਹੀ ਅੰਦਰ ਚੀਜ਼ ਖਾਣਾ ਸ਼ੁਰੂ ਕਰ ਦਿੰਦੀ। ਤੁਸੀਂ ਫੀਲ ਕਰਦੇ ਹੋ ਕਿ ਮੈਂ ਇੱਥੇ ਜ਼ਿਆਦਤੀ ਕਰ ਗਿਆ, ਮੈਨੂੰ ਉਹਦਾ ਗਿਲਟ ਹੋਈ ਜਾ ਰਿਹਾ। ਹਾਲਾਂਕਿ ਉਹ ਬੰਦਾ ਉਹ ਗੱਲ ਭੁੱਲ ਵੀ ਚੁੱਕਿਆ ਹੋਏਗਾ, ਲੇਕਿਨ ਤੁਸੀਂ ਉਸ ਗੱਲ ਨੂੰ ਨਹੀਂ ਭੁੱਲ ਰਹੇ, ਤੁਹਾਨੂੰ ਉਹਦਾ ਗਿਲਟ ਫੀਲ ਹੋਈ ਜਾ ਰਿਹਾ। ਇਸੇ ਤਰ੍ਹਾਂ ਹੀ ਤੁਸੀਂ ਨੋਇਜ਼ ਤੋਂ ਸੈਂਸਿਟਿਵ ਹੋ ਜਾਂਦੇ ਹੋ। ਬੱਚਾ ਉੱਚੀ ਬੋਲ ਰਿਹਾ, ਬੱਚਾ ਰੋ ਰਿਹਾ, ਬੱਚਾ ਖੇਲ ਰਿਹਾ, ਸ਼ੋਰ ਕਰ ਰਿਹਾ, ਤੁਹਾਨੂੰ ਤਕਲੀਫ ਹੁੰਦੀ ਹੈ। ਟੀਵੀ ਉੱਚੀ ਆਵਾਜ਼ 'ਚ ਲੱਗਿਆ, ਜਾਂ ਕਿਤੇ ਮਿਊਜ਼ਿਕ ਉੱਚੀ ਆਵਾਜ਼ 'ਚ ਲੱਗਿਆ, ਜਾਂ ਕਿਤੇ ਸਪੀਕਰ 'ਤੇ ਤੁਹਾਨੂੰ ਆਵਾਜ਼ ਉੱਚੀ ਆ ਰਹੀ, ਤੁਹਾਨੂੰ ਡਿਸਟਰਬ ਕਰਦੀ, ਤੁਹਾਨੂੰ ਤੰਗ ਕਰਦੀ, ਤੁਹਾਨੂੰ ਗੁੱਸਾ ਚੜ੍ਹਦਾ ਉਹਦੇ 'ਤੇ, ਤੁਹਾਡੀ ਤਬੀਅਤ ਖਰਾਬ ਹੁੰਦੀ, ਤੁਹਾਡਾ ਸਿਰ ਦੁਖਦਾ। ਇਹ ਨੋਇਜ਼ ਡਿਸਆਰਡਰ ਵੀ ਬਾਈਪੋਲਰ ਡਿਸਆਰਡਰ ਹੀ ਐਕਚੁਅਲੀ। ਫਿਰ ਇਸੇ ਤਰ੍ਹਾਂ ਹੀ ਤੁਹਾਨੂੰ ਕਦੀ ਫੋਕਸ ਦਾ ਪ੍ਰੋਬਲਮ ਹੁੰਦਾ। ਤੁਸੀਂ ਫੀਲ ਕਰਦੇ ਹੋ ਕਿ ਮੈਂ ਇੱਕ ਚੀਜ਼ 'ਤੇ ਗੌਰ ਕਰ ਰਿਹਾ ਸੀ, ਲੇਕਿਨ ਪਿਛਲੇ ਲਮਹੇ ਮੈਂ ਇਸ 'ਤੇ ਗੌਰ ਕਰ ਰਿਹਾ ਸੀ, ਹੁਣ ਮੈਂ ਇਹਦਾ ਸੋਚਣਾ ਸ਼ੁਰੂ ਕਰ ਦਿੱਤਾ। ਜਦੋਂ ਇਹਦਾ ਸੋਚਣਾ ਸ਼ੁਰੂ ਕਰ ਦਿੱਤਾ ਤਾਂ ਫਿਰ ਪਿਛਲੀ ਚੀਜ਼ ਯਾਦ ਆ ਗਈ, ਫਿਰ ਉਹਦਾ ਸੋਚਣਾ ਸ਼ੁਰੂ ਕਰ ਦਿੱਤਾ। ਤੁਸੀਂ ਇੱਕ ਕੰਮ ਸ਼ੁਰੂ ਕਰ ਦਿਓ, ਦੂਸਰਾ ਸ਼ੁਰੂ ਕਰ ਦਿੰਦੇ ਹੋ, ਉਹਨੂੰ ਛੱਡ ਦਿਓ, ਪਿਛਲੇ 'ਤੇ ਆ ਜਾਂਦੇ ਹੋ, ਪਿਛਲਾ ਛੱਡ ਦਿਓ, ਹੋਰ ਕਿਸੇ 'ਤੇ ਚਲੇ ਜਾਂਦੇ। ਤੁਹਾਡੇ ਜ਼ਿੰਦਗੀ 'ਚ ਫੋਕਸ ਰਿਮੂਵ ਹੋਣਾ ਸ਼ੁਰੂ ਹੋ ਜਾਂਦਾ, ਡਿਕਰੀਜ਼ ਹੋਣਾ ਸ਼ੁਰੂ ਹੋ ਜਾਂਦਾ, ਤੁਹਾਨੂੰ ਫੋਕਸ ਨਹੀਂ ਰਹਿੰਦਾ। ਜਦੋਂ ਬੰਦਾ ਇੱਕ ਕੰਮ ਕਰਦਾ ਹੈ ਨਾ, ਉਹ ਫਿਰ ਪੂਰੀ ਤਵੱਜੋ ਨਾਲ ਹੀ ਇੱਕ ਕੰਮ ਕਰਨਾ ਚਾਹੀਦਾ। ਤੁਸੀਂ ਇੱਕ ਕੰਮ ਪੂਰੀ ਤਵੱਜੋ ਨਾਲ ਨਹੀਂ ਕਰ ਪਾਉਂਦੇ, ਇਹਨੂੰ ਵੀ ਬਾਈਪੋਲਰ ਡਿਸਆਰਡਰ 'ਚ ਸ਼ਾਮਿਲ ਕਰੋ। ਫਿਰ ਇਸੇ ਤਰ੍ਹਾਂ ਸੁਇਸਾਈਡਲ ਤੁਹਾਨੂੰ ਖਿਆਲਾਤ ਆਉਂਦੇ ਨੇ, ਖੁਦਕੁਸ਼ੀ ਕਰਨ ਦੇ, ਆਪਣੇ ਆਪ ਨੂੰ ਮਾਰਨ ਦੇ, ਆਪਣੇ ਆਪ ਨੂੰ ਡੈਮੇਜ ਕਰਨ ਦੇ, ਆਪਣਾ ਖੂਨ ਕੱਢਣ ਦੇ, ਆਪਣੇ ਉੱਪਰ ਕੋਈ ਚੀਜ਼ ਨੁਕਸਾਨ ਕਰਨ ਦੇ, ਇਹ ਖਿਆਲਾਤ ਆਉਂਦੇ ਨੇ। ਤੁਹਾਡਾ ਦਿਲ ਕਰਦਾ ਮੈਂ ਮਾਰੀ ਜਾਵਾਂ। ਇਹ ਐਕਸਟ੍ਰੀਮ ਬਾਈਪੋਲਰ ਡਿਸਆਰਡਰ ਹੈ, ਇਹ ਸੈਕੰਡ ਕੈਟੇਗਰੀ 'ਚ ਹੈ, ਸੈਕੰਡ ਟਾਈਪ ਹੈ ਇਹਦੀ। ਇੱਥੇ ਤੁਹਾਨੂੰ ਦਵਾਈ ਦੀ ਸਖਤ ਜ਼ਰੂਰਤ ਹੈ। ਤੁਸੀਂ ਫੌਰਨ ਤੋਂ ਪਹਿਲੇ ਦਵਾਈ ਲਓ, ਨਹੀਂ ਤਾਂ ਤੁਸੀਂ ਘਰਦਿਆਂ ਲਈ ਵੀ ਪਰੇਸ਼ਾਨੀ ਦਾ ਬਾਇਸ ਬਣੋਗੇ ਅਤੇ ਬਾਹਰਲਿਆਂ ਦੀ ਵੀ ਪਰੇਸ਼ਾਨੀ ਦਾ ਬਾਇਸ ਬਣੋਗੇ। ਹੁਣ ਇਹਦੇ ਲਈ ਟ੍ਰੀਟਮੈਂਟ ਕੀ ਹੈ?
ਇਹਦੇ ਬਹੁਤ ਸਾਰੇ ਤਰੀਕੇ ਨੇ ਬਾਈਪੋਲਰ ਡਿਸਆਰਡਰ ਨੂੰ ਟ੍ਰੀਟ ਕਰਨ ਦੇ। ਤੁਸੀਂ ਇਹ ਨਾ ਸਮਝੋ ਕਿ ਤੁਹਾਨੂੰ ਬਾਈਪੋਲਰ ਡਿਸਆਰਡਰ ਹੋ ਗਿਆ ਤੇ ਤੁਸੀਂ ਠੀਕ ਨਹੀਂ ਹੋ ਸਕਦੇ, ਇਹ ਗਲਤ ਗੱਲ ਹੈ। ਦਵਾਈ ਤਾਂ ਰੱਬ ਨੇ ਦਵਾ ਤੇ ਹਰ ਚੀਜ਼ ਦੀ ਬਣਾਈ ਹੈ, ਉਹ ਬਿਮਾਰੀ ਨਹੀਂ ਪੈਦਾ ਕੀਤੀ ਜਿਹਦਾ ਇਲਾਜ ਨਹੀਂ ਪੈਦਾ ਕੀਤਾ। ਪਹਿਲੇ ਇਲਾਜ ਬਣਾਇਆ, ਫਿਰ ਉਹਦੀ ਬਿਮਾਰੀ ਬਣਾਈ ਹੈ। ਤੇ ਇਸ ਲਈ ਇਹ ਤੇ ਦਿਮਾਗ ਚੋਂ ਕੱਢ ਦਿਓ ਕਿ ਤੁਸੀਂ ਠੀਕ ਨਹੀਂ ਹੋ ਸਕਦੇ। ਹਾਂ, ਅਲਬੱਤਾ ਜਿਹੜੀ ਟ੍ਰੈਡੀਸ਼ਨਲ ਮੈਡੀਸਨਸ ਨੇ, ਜਿਹੜੀਆਂ ਤੁਸੀਂ ਰੂਟੀਨ 'ਚ ਜਿਹਨੂੰ ਫਾਰਮਾਸਿਊਟੀਕਲ ਜਾਂ ਆਪਾਂ ਜਿਹੜੀਆਂ ਦੂਸਰੀਆਂ ਡਰੱਗਸ ਨੇ, ਉਹਨਾਂ ਨਾਲ ਤੇ ਇਹਦਾ ਠੀਕ ਹੋਣਾ ਮੈਨੂੰ ਨਹੀਂ ਨਜ਼ਰ ਆਇਆ ਕੋਈ ਉਹਨਾਂ ਨਾਲ ਠੀਕ ਹੋਇਆ ਹੋਵੇ ਬੰਦਾ। ਉਸ ਗੋਲੀ ਦਾ ਇੱਕ ਫਾਇਦਾ ਤੇ 9 ਸਾਈਡ ਇਫੈਕਟ ਹੈ। ਤੁਸੀਂ ਇੰਟਰਨੈਟ 'ਤੇ ਉਸ ਗੋਲੀ ਦਾ ਨਾਮ ਪੜ੍ਹ ਕੇ ਤੇ ਉਹਨੂੰ ਪਾ ਕੇ ਦੇਖ ਲੈਣਾ TV 'ਤੇ, ਆਪਣੇ YouTube 'ਤੇ ਜਾਂ Google 'ਤੇ, ਤੁਹਾਨੂੰ ਉਹਦੇ ਐਕਸਕਿਊਜ਼ ਮੀ, ਤੁਹਾਨੂੰ ਉਹਦੇ 8-9 ਸਾਈਡ ਇਫੈਕਟ ਨਜ਼ਰ ਆ ਜਾਣਗੇ। ਤੁਸੀਂ ਜਦੋਂ ਵੀ ਕੋਈ ਗੋਲੀ ਖਾਓ, ਉਹਦਾ ਨਾਮ ਇੰਟਰਨੈਟ 'ਤੇ ਪਾਓ ਤੇ ਉਹਦੇ ਸਾਈਡ ਇਫੈਕਟਸ ਚੈੱਕ ਕਰੋ। ਅਗਰ ਉਹਦੇ ਸਾਈਡ ਇਫੈਕਟਸ ਤੁਹਾਨੂੰ ਜ਼ਿਆਦਾ ਸੀਰੀਅਸ ਲੱਗਦੇ ਨੇ ਉਹਦੇ ਫਾਇਦੇ ਨਾਲੋਂ, ਫਿਰ ਉਸ ਗੋਲੀ ਨੂੰ ਲੈਣ ਦਾ ਫਾਇਦਾ ਕੋਈ ਨਹੀਂ। ਇੱਕ ਤੁਸੀਂ ਚੀਜ਼ ਠੀਕ ਕਰੋ ਤੇ 9 ਖਰਾਬ ਕਰ ਲਓ, ਉਹਦਾ ਵਾਟਸ ਦਾ ਪੁਆਇੰਟ, ਉਹਦਾ ਕੋਈ ਫਾਇਦਾ ਨਹੀਂ ਉਸ ਗੱਲ ਦਾ। ਹੁਣ ਆ ਜਾਓ ਤੁਸੀਂ ਦੂਸਰੀ ਥੈਰੇਪੀਜ਼ ਵੱਲ। ਇਹਦੀ ਇੱਕ ਥੈਰੇਪੀ ਲਾਈਟ ਥੈਰੇਪੀ ਵੀ ਹੁੰਦੀ ਹੈ, ਇੱਕ ਇਹਦੀ ਥੈਰੇਪੀ ਮਿਊਜ਼ਿਕ ਥੈਰੇਪੀ ਵੀ ਹੁੰਦੀ ਹੈ, ਇੱਕ ਇਹਦੀ ਥੈਰੇਪੀ ਮੈਡੀਟੇਸ਼ਨ ਵੀ ਹੁੰਦੀ ਹੈ। ਮੈਡੀਟੇਸ਼ਨ, ਯੋਗਾ 'ਚ ਚਲੇ ਜਾਓ, ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਉਹਦੀ ਥੈਰੇਪੀ ਦਿੰਦੀਆਂ ਨੇ, ਉਹਦੇ 'ਚ ਤੁਹਾਨੂੰ ਸਕੂਨ ਵੀ ਦਿੰਦੀਆਂ ਨੇ। ਹੁਣ ਸਾਡੇ ਕੋਲ ਟਾਈਮ ਥੋੜ੍ਹਾ ਨਹੀਂ ਤਾਂ ਮੈਂ ਤੁਹਾਨੂੰ ਇਹਦੀ ਹੋਰ ਵੀ ਕਾਫੀ ਸਾਰੀ ਡਿਟੇਲਸ ਦੱਸਦਾ। ਇਹਦੀ ਫਿਜ਼ੀਕਲ ਐਕਸਰਸਾਈਜ਼ ਵੀ ਇਹਦੀ ਬਹੁਤ ਵੱਡੀ ਥੈਰੇਪੀ ਹੈ। ਫਿਰ ਲਾਈਫ ਸਟਾਈਲ ਚੇਂਜ ਕਰ ਦਿਓ, ਉਹ ਵੀ ਇਹ ਚੇਂਜ ਕਰ ਸਕਦੀ ਹੈ, ਤੁਹਾਡੇ ਥਾਟਸ ਨੂੰ ਚੇਂਜ ਕਰ ਸਕਦੀ। ਲਾਈਫ ਸਟਾਈਲ ਨੂੰ ਆਪਣੇ ਨੂੰ ਪੋਜ਼ੀਟਿਵ ਕਰ ਲਓ, ਕਿਤੇ ਜਾਣਾ ਆਉਣਾ ਸ਼ੁਰੂ ਕਰ ਦਿਓ, ਕਿਤੇ ਦੋਸਤਾਂ 'ਚ ਬੈਠਣਾ ਸ਼ੁਰੂ ਕਰ ਦਿਓ, ਖੇਲਣਾ ਸ਼ੁਰੂ ਕਰ ਦਿਓ, ਗੇਮ ਸ਼ੁਰੂ ਕਰ ਦਿਓ, ਐਕਸਰਸਾਈਜ਼ ਸ਼ੁਰੂ ਕਰ ਦਿਓ, ਜਿਮ ਜੁਆਇਨ ਕਰ ਲਓ, ਗਰੁੱਪ ਚੇਂਜ ਕਰ ਲਓ, ਆਪਣਾ ਹੱਸਣ ਖੇਡਣ ਵਾਲੇ ਲੋਕਾਂ ਨਾਲ ਮਿਲਣਾ ਸ਼ੁਰੂ ਕਰ ਦਿਓ। ਇਹ ਤੁਹਾਡੀ ਲਾਈਫ ਸਟਾਈਲ ਚੇਂਜਿਸ ਹੈ, ਇਹ ਤੁਹਾਨੂੰ ਖਾਸਾ ਹੈਲਪ ਆਊਟ ਕਰਨਗੇ। ਫਿਰ ਇਹਦੇ 'ਚੋਂ ਤੁਹਾਨੂੰ ਮੈਂ ਮੈਡੀਸਨ ਦੱਸਦਾ। ਇਹਦੀ ਸਭ ਤੋਂ ਇਫੈਕਟਿਵ ਔਰ ਅੱਛੀ ਮੈਡੀਸਨ ਜਿਹੜੀ ਹੈ ਉਹਦਾ ਨਾਮ ਹੈ ਇਗਨੇਸ਼ੀਆ 1M। ਇਹ ਸਾਰੀਆਂ ਮੈਡੀਸਨਸ ਤੁਸੀਂ ਇਕੱਠੀਆਂ ਵੀ ਕਰ ਸਕਦੇ ਹੋ ਤੇ ਇੱਕ ਇਕੱਲੀ ਵੀ ਲੈ ਸਕਦੇ ਹੋ। ਇਹ ਡਿਪੈਂਡ ਕਰਦਾ ਕਿ ਤੁਹਾਨੂੰ ਕਿਸ ਕਿਸਮ ਦੇ ਹੁਣ ਉਹਦੇ ਜ਼ਰੂਰਤ ਹੈ ਮੈਡੀਸਨ ਦੀ, ਤੁਸੀਂ ਕਿਹੜੀ ਸਟੇਜ 'ਤੇ ਹੋ, ਕਿਹੜੇ ਲੈਵਲ 'ਤੇ ਹੋ। ਅਗਰ ਤੁਹਾਨੂੰ ਸੁਇਸਾਈਡਲ ਥਾਟਸ ਆ ਰਹੇ ਨੇ ਤਾਂ ਫਿਰ ਇਹਦੀ ਦਵਾਈ ਹੈ ਔਰਮ ਮੈਟੈਲਿਕਮ, AURUM ਮੈਟ, ਔਰਮ ਮੈਟ 200। ਇਹਦੇ 5 ਡ੍ਰੌਪਸ 1 ਦਫਾ ਲੈ ਲਿਆ ਕਰੋ ਰੋਜ਼। ਜਾਂ ਇਗਨੇਸ਼ੀਆ ਔਰ ਔਰਮ ਮੈਟ ਤੁਸੀਂ ਇਕੱਠੀਆਂ ਕਰਕੇ ਦੋਨੋਂ ਵੀ ਲੈ ਸਕਦੇ ਹੋ। ਫਿਰ ਇਹਦੀ ਦਵਾਈ ਇੱਕ ਕੈਨਾਬਸ ਵੀ ਹੈ, ਇਹਦੀ ਇੱਕ ਦਵਾਈ ਹਾਇਓਸਾਈਮਸ ਵੀ ਹੈ, ਇਹਦੀ ਇੱਕ ਦਵਾਈ ਲੈਕਸਸ ਵੀ ਹੈ, LACHESIS। ਜਦੋਂ ਤੁਹਾਡਾ BP ਵੱਧ ਜਾਂਦਾ ਹੋਵੇ, ਤੁਹਾਨੂੰ ਗੁੱਸੇ 'ਚ BP ਤੇਜ਼ ਹੋ ਜਾਂਦਾ, ਤੁਹਾਨੂੰ ਪਤਾ ਨਹੀਂ ਲੱਗਦਾ, ਉਦੋਂ ਇਹਦੀ ਦਵਾਈ ਲੈਕਸਸ ਹੈ। ਫਿਰ ਇਹਦੀ ਹੋਰ ਵੀ ਬਹੁਤ ਸਾਰੀਆਂ ਦਵਾਈਆਂ ਨੇ, ਸਟੈਫੀ ਸਾਈਗੇਰੀਆ ਵੀ ਇਹਦੀ ਦਵਾਈ ਹੈ, ਮੈਡੋਰੀਨਮ ਵੀ ਇਹਦੀ ਦਵਾਈ ਹੈ, ਐਨਾਕਾਰਡੀਅਮ ਵੀ ਇਹਦੀ ਦਵਾਈ ਹੈ, ਸਟਰਾਮੋਨੀਅਮ ਦਵਾਈ ਹੈ ਜਦੋਂ ਤੁਹਾਡਾ ਮਰ ਜਾਣ ਨੂੰ ਦਿਲ ਕਰੇ। ਇੱਕ ਤੇ ਆਰੋਮੈਟ ਦੱਸੀ ਨਾ ਅਸੀਂ, ਮਰ ਜਾਣ ਨੂੰ ਦਿਲ ਕਰੇ, ਖੁਦਕੁਸ਼ੀ ਕਰਨ ਨੂੰ ਖਿਆਲ ਆ ਰਿਹਾ। ਇੱਕ ਸਟਰਾਮੋਨੀਅਮ ਜਦੋਂ ਤੁਹਾਡਾ ਮਰ ਜਾਣ ਨੂੰ ਦਿਲ ਕਰੇ, ਨਾਲ ਰੋਣਾ ਵੀ ਆਵੇ ਤੁਹਾਨੂੰ, ਉਦੋਂ ਇਹਦੀ ਦਵਾਈ ਹੈ ਸਟਰਾਮੋਨੀਅਮ। ਇਹ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਤੁਸੀਂ ਫੈਟੀ ਐਸਿਡਸ ਲਿਆ ਕਰੋ, ਓਮੇਗਾ 3 ਲੈਣਾ ਸ਼ੁਰੂ ਕਰ ਦਿਓ, ਐਕਸਰਸਾਈਜ਼ ਕਰੋ। ਮੈਂ ਤੁਹਾਨੂੰ ਹੁਣ ਗਿਣਤੀ 'ਚ 4-5 ਚੀਜ਼ਾਂ ਦੱਸ ਦਿੰਦਾ। ਫੌਰਨ ਐਕਸਰਸਾਈਜ਼ ਸ਼ੁਰੂ ਕਰ ਦਿਓ, ਫੌਰਨ ਆਪਣਾ ਪਾਣੀ 4 ਲੀਟਰ ਕਰ ਦਿਓ, ਫੌਰਨ 1 ਚਮਚ ਓਲੀਵ ਆਇਲ ਰਾਤ ਨੂੰ ਪੀਣਾ ਸ਼ੁਰੂ ਕਰ ਦਿਓ, ਫੌਰਨ ਆਪਣੇ ਗਰੁੱਪ ਚੇਂਜ ਕਰੋ, ਹੱਸਣ ਖੇਡਣ ਵਾਲੇ ਲੋਕਾਂ 'ਚ ਬੈਠਣਾ ਸ਼ੁਰੂ ਕਰ ਦਿਓ, ਫੌਰਨ ਓਮੇਗਾ 3 ਦੇ ਕੈਪਸੂਲਸ ਲੈਣੇ ਸ਼ੁਰੂ ਕਰ ਦਿਓ, ਫਿਸ਼ ਖਾਣੀ ਸ਼ੁਰੂ ਕਰ ਦਿਓ। ਹੋ ਸਕੇ ਤੇ ਤੁਸੀਂ ਥੋੜ੍ਹੀ ਦੇਰ ਜਿਹੜਾ ਆਪਣਾ ਬਾਥ ਟਬ ਹੁੰਦਾ ਉਹਦੇ 'ਚ ਬੈਠਣਾ ਸ਼ੁਰੂ ਕਰ ਦਿਓ। ਪਾਣੀ, ਵਾਟਰ ਇੱਕ ਬਹੁਤ ਵੱਡੀ ਥੈਰੇਪੀ ਹੈ ਪੂਰੇ ਜਿਸਮ ਦੀ, ਬ੍ਰੇਨ ਦੀ। ਤੇ ਰਾਤ ਨੂੰ ਹੋ ਸਕੇ ਤੇ ਟਾਈਮ ਨਾਲ ਸੋ ਜਾਇਆ ਕਰੋ। ਅਗਰ ਤੁਹਾਨੂੰ ਨੀਂਦ ਦਾ ਇਸ਼ੂ ਹੈ, ਅੱਧਾ ਚਮਚ ਤੁਸੀਂ ਖਸਖਸ, ਬਲੈਕ ਖਸਖਸ ਹੁੰਦੀ ਜਿਹੜੀ, ਉਹ ਜ਼ਿਆਦਾ ਇਫੈਕਟਿਵ ਹੈ ਵਾਈਟ ਨਾਲੋਂ। ਅੱਧਾ ਚਮਚ ਖਸਖਸ ਰਾਤ ਨੂੰ ਗਰਮ ਦੁੱਧ 'ਚ ਪਾ ਕੇ ਉਹ ਪੀ ਲਿਆ ਕਰੋ, ਦੁੱਧ ਵੀ ਤੇ ਉਹ ਖਸਖਸ ਵੀ ਖਾ ਲਈ। ਬਦਾਮ ਖਾਇਆ ਕਰੋ ਦੁਪਹਿਰ ਨੂੰ, 15, 20, 25, 30 ਬਦਾਮ ਐਵੇਂ ਮੁੱਠੀ ਭਰ ਕੇ ਰੱਖ ਲਈ, ਉਹ ਖਾਂਦੇ ਰਹੇ। ਤੇ ਐਕਸਰਸਾਈਜ਼ ਸਭ ਤੋਂ ਵੱਡੀ ਥੈਰੇਪੀ ਹੈ। ਮੇਰਾ ਖਿਆਲ ਹੈ ਕਿ ਮੈਂ ਥੋੜ੍ਹੇ ਵਕਤ 'ਚ ਤੁਹਾਨੂੰ ਕਾਫੀ ਸਾਰੀਆਂ ਚੀਜ਼ਾਂ ਸਮਝਾਉਣ 'ਚ ਕਾਬਲ ਹੋਇਆ ਹੋਵਾਂਗਾ। ਉਮੀਦ ਹੈ ਕਿ ਤੁਹਾਨੂੰ ਇਹਦੇ ਨਾਲ ਫਾਇਦਾ ਹੋਏਗਾ। ਮੇਰੀ ਬੜੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਤੁਹਾਨੂੰ ਜਿੰਨੀ ਡਿਟੇਲ ਹੋ ਸਕੇ ਦੱਸ ਦਿਆਂ, ਤੁਹਾਨੂੰ ਡਾਕਟਰਾਂ ਤੋਂ ਬਚਾ ਲਵਾਂ, ਤੁਹਾਨੂੰ ਨਾ ਜਾਣਾ ਪਵੇ ਕਿਤੇ। ਤੁਸੀਂ ਇਹਦੇ 'ਤੇ ਅਮਲ ਕਰੋ। ਜਿਨ੍ਹਾਂ ਲੋਕਾਂ ਨੂੰ ਬਾਈਪੋਲਰ ਡਿਸਆਰਡਰ ਨਹੀਂ ਵੀ ਹੈ, ਉਹ ਆਪਣੇ ਲਾਈਫ ਸਟਾਈਲ ਨੂੰ ਹੁਣੇ ਤੋਂ ਹੈਲਦੀ ਔਰ ਪੋਜ਼ੀਟਿਵ ਕਰ ਲਓ, ਤਾਂ ਕਿ ਉਹਨਾਂ ਨੂੰ ਕਦੀ ਜ਼ਿੰਦਗੀ 'ਚ ਬਾਈਪੋਲਰ ਡਿਸਆਰਡਰ ਜਾਂ ਟੈਨਸ਼ਨ ਜਾਂ ਡਿਪਰੈਸ਼ਨ ਦਾ ਮਰਜ਼ ਨਾ ਲੱਗੇ। ਤੇ ਹੁਣ ਜਾਣਾ ਤੁਹਾਨੂੰ ਇੱਕ ਅੱਛੀ ਗੱਲ ਦੱਸ ਦਿਆਂ ਕਿ ਬਹੁਤ ਸਾਰੇ ਲੋਕ ਆਪਣੀ ਵਡਾਈ ਨੂੰ, ਆਪਣੀ ਬੜਾਈ ਨੂੰ, ਆਪਣੇ ਆਪ ਨੂੰ ਵੱਡਾ ਸ਼ੋਅ ਕਰਨ ਲਈ ਬਹੁਤ ਸਾਰੇ ਕੰਮ ਕਰਦੇ ਆ। ਜਾਂ ਤੇ ਉਹ ਖੁਦ ਨੁਮਾਈ ਕਰਦੇ ਆ, ਯਾਨੀ ਖੁਦ ਦੀ ਗੱਲਾਂ ਨੂੰ ਬੜਾ ਚੜਾ ਕੇ ਦੱਸਦੇ ਆ,
ਤੇ ਜਾਂ ਉਹ ਦੂਸਰੇ ਨੂੰ ਛੋਟਾ ਕਰਨ ਦੀ ਕੋਸ਼ਿਸ਼ ਕਰਦੇ ਜਿਹੜਾ ਉਹਦੇ ਕੋਲ ਬੈਠਾ ਹੁੰਦਾ ਉਹਦੀਆਂ ਬੁਰਾਈਆਂ ਕਰਕੇ, ਜਾਂ ਜਿਹੜਾ ਨਹੀਂ ਕੋਲ ਬੈਠਾ ਹੁੰਦਾ ਉਹਦੀਆਂ ਬੁਰਾਈਆਂ ਕਰਕੇ ਦੂਸਰੇ ਨੂੰ ਛੋਟਾ ਕਰਨ ਦੀ ਕੋਸ਼ਿਸ਼ ਕਰਦੇ, ਆਪਣੇ ਆਪ ਨੂੰ ਵੱਡਾ ਕਰਨ ਦੀ। ਇਸ ਤਰ੍ਹਾਂ ਕਦੀ ਕੋਈ ਵੱਡਾ ਨਹੀਂ ਹੋ ਸਕਦਾ। ਜਦੋਂ ਤੁਸੀਂ ਆਪਣੇ ਆਪ ਨੂੰ ਵੱਡਾ ਕਰਨਾ ਨਾ ਤੇ ਵੱਡੇ ਕੰਮ ਕਰੋ, ਅੱਛੇ ਕੰਮ ਕਰੋ, ਦੂਸਰਿਆਂ ਦੇ ਕੰਮ ਆਓ, ਦੂਸਰਿਆਂ ਨੂੰ ਜਾ ਕੇ ਹੈਲਪ ਆਊਟ ਕਰੋ, ਦੂਸਰਿਆਂ ਨੂੰ ਖਾਣੇ ਖਵਾਓ, ਦੂਸਰਿਆਂ ਦੇ ਘਰਾਂ 'ਚ ਚੀਜ਼ਾਂ ਦੇ ਕੇ ਆਓ, ਗਰੀਬਾਂ ਦੇ ਘਰਾਂ 'ਚ ਚੀਜ਼ਾਂ ਦੇ ਕੇ ਆਓ। ਤੁਹਾਡਾ ਆਪਣੇ ਆਪ ਰਿਸਕ ਵਧਣਾ ਸ਼ੁਰੂ ਹੋ ਜਾਏਗਾ, ਤੁਹਾਡੀ ਆਪਣੇ ਆਪ ਰੋਜ਼ੀ ਵਧਣੀ ਸ਼ੁਰੂ ਹੋ ਜਾਏਗੀ ਔਰ ਤੁਹਾਨੂੰ ਲੋਕ ਆਪਣੇ ਆਪ ਮਹਾਨ ਔਰ ਵੱਡਾ ਸਮਝਣਾ ਸ਼ੁਰੂ ਕਰ ਦੇਣਗੇ। ਇਸ ਕੰਮ ਨੂੰ 1 2 4 ਦਿਨ ਜਾਂ ਮਹੀਨਾ ਜਾਂ 6 ਮਹੀਨੇ ਨਹੀਂ ਕਰਨਾ, ਇਸ ਕੰਮ ਨੂੰ ਜ਼ਿੰਦਗੀ ਦੀ ਆਦਤ ਬਣਾ ਲਓ ਤੇ ਤੁਸੀਂ ਦੇਖੋ ਕਿ ਤੁਸੀਂ ਵੱਡੇ ਹੁੰਦੇ ਹੋ ਕਿ ਨਹੀਂ। ਕਿਸੇ ਦੀ ਬੁਰਾਈ ਕਰਨ ਨਾਲ ਕਦੇ ਕੋਈ ਵੱਡਾ ਨਹੀਂ ਹੁੰਦਾ, ਹਮੇਸ਼ਾ ਆਪਣੇ ਕੰਮਾਂ ਨਾਲ ਵੱਡਾ ਹੁੰਦਾ। ਜਦੋਂ ਲੋਕ ਵੱਡਾ ਕਹਿਣ ਉਦੋਂ ਤੁਸੀਂ ਵੱਡੇ ਹੁੰਦੇ ਹੋ, ਜਦੋਂ ਤੁਸੀਂ ਆਪਣੇ ਆਪ ਨੂੰ ਆਪ ਵੱਡਾ ਕਹੋ ਉਦੋਂ ਤੁਸੀਂ ਵੱਡੇ ਨਹੀਂ ਹੁੰਦੇ। ਤੇ ਮੇਰਾ ਖਿਆਲ ਹੈ ਕਿ ਇੱਥੇ ਹੁਣ ਬਸ ਕਰੀਏ, ਅੱਜ ਲਈ ਇੰਨਾ ਹੀ ਕਾਫੀ ਹੈ। ਫਿਰ ਅਗਲੀ ਦਫਾ ਕਿਸੇ ਹੋਰ ਟੌਪਿਕ ਤੇ ਤੁਹਾਡੇ ਨਾਲ ਗੱਲ ਕਰਾਂਗੇ। ਮੇਰੇ ਲਈ ਦੁਆਵਾਂ ਕਰਨਾ। ਥੈਂਕ ਯੂ ਵੈਰੀ ਮਚ, ਟੇਕ ਕੇਅਰ, ਬਾਏ ਬਾਏ।